संगत जियो आप वडभागी हो। जिथे अकाल पुरख वाहे गुरु पार ब्रह्म परमेश्वर दे सरगुण स्वरूप दसवें गुरु नानक श्री गुरु गोबिंद सिंह साहिब जी महाराज ने धर्म चलावन संत उवारन दुष्ट सबन को मूल उपारन दे वास्ते अवतार धारिया अपना आप प्रकाश कीता। उस पावन तखत श्री हरमंदर जी पटना साहिब सचखंड दरबार दियां आप हाजरियां भरदे हुए अपना लोक परलोक सुहेला बना रहे हो। सतगुरु महाराज जी दियां खुशियां प्राप्त कर रहे हो। यही वड्डिया भागा दी निशानी है अते ये सब सतगुरु महाराज जी दी बख्शिश रहमत दा सदका है। लड़ीवार गुर इतिहास दी कथा चल रही है। श्री गुरु गोबिंद सिंह साहिब जी महाराज आनंदपुर साहिब विखे विराजमान हन। लखां दी गिनती विच तुरकां दी फौज पहाड़ियां दी फौज ने घेरा पाया होया। खालसा कदी कदी रात नूं हमला करके तुरकां दे डेरे लुट के राशन पानी लै आउंदा। इसे तरह ही चल रहा है। सतगुरु महाराज की अपनी कोई ऐसी मौज है, वो अपनी वडियाई नूं आप ही जानते हैं। कुछ सिंघां ने माता जी नूं बेनती की, माता गुजरी जी नूं भी आप जी सतगुरु जी नूं कहो भी जेड़ा हुण खजाना बचिया है पहला सतलुज सारा सिटाए सारे दा सारा ते हुण जेड़ा बचिया है वो भी सिटवाई जाते हैं। बड़े बड़े कीमती बस्तर उन्हां नूं अग लवा देंदे हन ते तुरकां दा दुश्मनां दा ऐसा घेरा पिया होया है। जेड़े सिंह बाहर जाते हैं वो कई शहीद हो जाते हैं ते जेड़े अंदर हैं वो लगदा भुख दे नाल मर जाणगे। ऐसे बचन सुन के माता जी दा मन बड़ा कोमल सी द्रवीभूत होया। सतगुरु महाराज दे कोल आए पर डरदे भी हन कि जिवें एक बार पहला कोई ऐसा करड़ा बचन श्राप दा कह दिता सी। ऐसा भी होया है जे मेरी पीढ़ी दे मालक छेवें पातशाह सतगुरु हरगोबिंद साहिब महाराज दा बचन नहीं मनिया भी ये मठियाई बरातियां वास्ते है, उन्हां नूं खुआ के फिर सिख छक सकते हैं। सतगुरु जी ने कहा भी जे साडे सिख नहीं छकणगे तो बराती भी नहीं छकणगे, ना नूं तुरक ही खाणगे। उदों भी ऐसा बचन होया। इस तरह के अनेक बार ऐसे बचन
ਗੁਰੂ ਘਰ ਅੰਦਰ ਹੁੰਦੇ ਆਏ ਹਨ। ਪਰ ਕਈ ਲੋਕ ਐਸੇ ਹਨ, ਛਿੱਦਰ ਦੇਖ ਨਿੰਦਕ ਉਮਾ ਹੈ। ਉਹਨਾਂ ਨੂੰ ਆਪ ਨੂੰ ਤਾਂ ਪਤਾ ਨਹੀਂ ਕੱਖ ਵੀ ਹੁੰਦਾ ਵੀ ਇਹ ਬਚਨ ਜੋ ਬੋਲੇ ਗਏ ਇਹ ਲਿਖੇ ਕਿੱਥੇ ਹਨ, ਪਤਾ ਹੀ ਨਹੀਂ ਉਹਨਾਂ ਨੂੰ। ਕੋਈ ਉਹਨਾਂ ਪੜ੍ਹਿਆ ਹੋਵੇ ਤੇ ਪਤਾ ਹੋਵੇ, ਉਹ ਆਪਦੀ ਬੁੱਧੀ ਅਨੁਸਾਰ ਅਨੁਮਾਨ ਲਾ ਲੈਂਦੇ ਹਨ ਵੀ ਇਹ ਗੱਲ ਨਹੀਂ ਹੋ ਸਕਦੀ। ਤੇ ਉਹਨਾਂ ਦੀ ਬੁੱਧੀ ਵੀ ਇਹੋ ਜਿਹੀ ਹੈ, ਨਾ ਉਹਨਾਂ ਕੋਲ ਅੰਮ੍ਰਿਤ ਵੇਲਾ ਹੈ, ਨਾ ਉਹਨਾਂ ਕੋਲ ਨਿਤਨੇਮ ਹੈ। ਐਸੇ ਲੋਕ WhatsApp ਤੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਪਾਉਂਦੇ ਹਨ, ਜਿਹੜੇ ਜਾਪ ਸਾਹਿਬ ਤੇ ਵੀ ਕਿੰਤੂ ਪਰੰਤੂ ਕਰਨ ਵਾਲੇ ਧੁੰਦੇ ਵਰਗੇ ਜਾਂ ਹੋਰ ਇਹੋ ਜਿਹੇ ਨਾਸਤਕ ਲੋਕ। ਹੁਣ ਜਿਹੜੇ ਇਤਿਹਾਸ ਦੇ ਖੋਜੀ ਹਨ, ਜੇ ਕਿਤੇ ਉਹ ਪ੍ਰਮਾਣ ਦਿੱਤਾ ਗਿਆ ਤੇ ਇਹਦੇ ਵਿੱਚ ਕਿਹੜੀ ਐਸੀ ਗੱਲ ਹੈ? ਹੁਣ ਇਹ ਤਾਂ ਸਾਰੇ ਬੜੀ ਖੁਸ਼ੀ ਨਾਲ ਕਹਿੰਦੇ ਹਨ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਵੀ ਮੇਰਾ ਪੰਥ ਵਸੇ ਮੈਂ ਉਜੜਾਂ। ਇਹ ਗੱਲ ਤੇ ਤਾਂ ਕੋਈ ਨਹੀਂ ਬੋਲਦਾ। ਗੁਰੂ ਨੂੰ ਕੌਣ ਉਜਾੜਨ ਵਾਲਾ ਹੈ? ਗੁਰੂ ਤਾਂ ਉਜੜਿਆਂ ਨੂੰ ਵਸਾਉਣ ਵਾਲਾ ਹੈ। ਪਰ ਇਹ ਗੱਲ ਤਾਂ ਅਸੀਂ ਬੜੇ ਉੱਚੀ ਬੋਲ ਬੋਲ ਕੇ ਦਾਅਵੇ ਦੇ ਨਾਲ ਕਰਦੇ ਹਾਂ। ਸੋ ਜਿਹੜੇ ਕੋਈ ਗੁਰਸਿੱਖ ਮਹਾਪੁਰਸ਼ ਗੁਰੂ ਨੂੰ ਸਮਰਪਿਤ ਹਨ, ਭਾਵੇਂ ਹੁਣ ਐਸਾ ਸਮਾਂ ਚੱਲ ਰਿਹਾ ਹੈ, ਮਾਇਆ ਦੀ ਬੜੀ ਘਾਟ ਵਾਲੀ ਗੱਲ, ਚੰਗੇ ਚੰਗੇ ਉਹ ਵੀ ਔਖੇ ਹਨ। ਐਸੇ ਸਮੇਂ ਦਾਸ ਨੇ ਬੇਨਤੀ ਕੀਤੀ, ਪਰਮ ਸੰਤ ਰਾਜਾ ਜੋਗੀ ਬਾਬਾ ਸਤਨਾਮ ਸਿੰਘ ਜੀ ਮੁਖੀ ਨੀਲਧਾਰੀ ਸੰਪਰਦਾਇ ਪਿਪਲੀ ਸਾਹਿਬ ਤੁਰੰਤ ਹੀ ਅੱਜ ਹੀ 51 ਲੱਖ ਦਾ ਚੈੱਕ ਲੈ ਕੇ ਪਹੁੰਚ ਗਏ ਪਰਿਵਾਰ ਦੇ ਸਮੇਤ। ਸੋ ਹੋਰ ਵੀ ਉਹਨਾਂ ਦੀਆਂ ਬੇਅੰਤ ਸੇਵਾਵਾਂ ਗੁਪਤ ਚੱਲਦੀਆਂ ਰਹਿੰਦੀਆਂ ਹਨ ਗੁਰੂ ਘਰ ਦੇ ਅੰਦਰ। ਸੋ ਐਸੇ ਮਹਾਂਪੁਰਖ ਜੋ ਗੁਰੂ ਨੂੰ ਹਮੇਸ਼ਾ ਸਮਰਪਿਤ ਹਨ, ਹੁਣ ਉਹਨਾਂ ਨੇ ਇਤਿਹਾਸ ਦੀ ਇਹੀ ਜਿਹੜੀ ਰਾਤ ਜੋ ਜ਼ਿਕਰ ਕੀਤੀ ਸੀ ਪੰਕਤੀ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੁੱਤ 6ਵੀਂ ਅਧਿਆਇ ਪਹਿਲਾ, ਉੱਥੇ ਕਲਗੀਧਰ ਪਾਤਸ਼ਾਹ ਨੇ ਮਾਤਾ ਜੀ ਨੂੰ ਸ਼ਰਾਪ ਦੇ ਬਚਨ ਕਹੇ ਸਨ ਕਿ ਤੁਸੀਂ ਜਿਹੜੇ ਲੋਕ ਸਾਡੇ ਖਾਲਸੇ ਨੂੰ ਸਿੰਘਾਂ ਨੂੰ ਤੰਗ ਕਰਦੇ, ਉਹਨਾਂ ਦੀ ਸਿਫਾਰਿਸ਼ ਕਰਦੇ ਹੋ, ਤੇ ਫਿਰ ਅਸੀਂ ਚਾਹੁੰਦੇ ਹਾਂ ਵੀ ਪੂਜਾ ਦਾ ਧਾਨ ਖਾਲਸੇ ਨੂੰ ਨਾ ਦਈਏ, ਤੁਸੀਂ ਲੁਕੋ ਕੇ ਰੱਖ ਲਿਆ। ਇਸ ਗੱਲ ਤੋਂ ਸਤਿਗੁਰੂ ਜੀ ਨੇ ਉਹ ਬਚਨ ਕੀਤਾ ਸੀ ਉਜੜਨ ਵਾਲਾ, ਮਾਤਾ ਜੀ ਦਾ ਨਾਂ ਲੈ ਕੇ। ਹੁਣ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਸੌ ਸਾਖੀ ਦੇ ਵਿੱਚ ਵੀ ਹੈ, ਹੋਰ ਇਤਿਹਾਸ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ। ਹੁਣ ਉਸ ਗੱਲ ਨੂੰ ਬਿਨਾਂ ਸਮਝਿਆ ਸੋਚਿਆ, ਸੋ ਇਸ ਤਰ੍ਹਾਂ ਕਿਸੇ ਮਹਾਂਪੁਰਖ ਦੀ ਨਿੰਦਾ ਕਰਨੀ ਇਹ ਮਾੜੀ ਗੱਲ ਹੈ। ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਕਿਉਂਕਿ ਨਿੰਦਕ ਜਿਹੜੇ ਹਨ ਉਹ ਵਡਿਆਈ ਵੇਖ ਨਹੀਂ ਸਕਦੇ, ਉਹਨਾਂ ਤੋਂ ਜਰੀ ਨਹੀਂ ਜਾਂਦੀ, ਇਸ ਕਰਕੇ ਉਹ ਤੜਫਦੇ ਰਹਿੰਦੇ ਹਨ, ਸੜਦੇ ਰਹਿੰਦੇ ਹਨ ਅੰਦਰੋਂ। ਫਿਰ ਉਹਨਾਂ ਦਾ ਸੁਭਾਅ ਹੈ ਵੀ ਜਿਵੇਂ ਕੀੜੀ, ਕਿੱਡਾ ਸੁੰਦਰ ਤੁਸੀਂ ਮਹਿਲ ਬਣਾ ਦਿਓ, ਸੀਸ ਮਹਿਲ, ਉਹਨੇ ਉੱਥੇ ਵਿਰਲ ਲੱਭਣੀ ਹੈ, ਵਿਰਲ, ਵੀ ਕਿੱਥੇ ਮੈਂ ਇਹਦੇ ਵਿੱਚ ਪ੍ਰਵੇਸ਼ ਕਰ ਜਾਵਾਂ। ਇਸੇ ਤਰ੍ਹਾਂ ਹੀ ਨਿੰਦਕਾਂ ਦਾ ਸੁਭਾਅ ਇਹੀ ਹੈ ਵੀ ਉਹਨਾਂ ਨੇ ਚੰਗੇ 100 ਗੁਣ ਜਿਹੜੇ ਹਨ ਉਹਨਾਂ ਦਾ ਵੱਲ ਨਹੀਂ ਧਿਆਨ ਦੇਣਾ, ਜੋ ਸੁਤੇ ਸਿੱਧ ਉਹ ਵੀ ਇਤਿਹਾਸਕ ਪ੍ਰਮਾਣ ਦੇ ਨਾਲ ਕੋਈ ਬਚਨ ਕਿਹਾ ਗਿਆ, ਆਪਦੇ ਕੋਲੋਂ ਹੀ ਅਨੁਮਾਨ ਲਗਾ ਕੇ ਤੇ ਉਲਟਾ ਪੁਲਟਾ WhatsApp ਤੇ ਭੇਜਣਾ ਸ਼ੁਰੂ ਕਰ ਦੇਣਾ। ਇਹ ਮਨਮੁਖ ਲੋਕਾਂ ਦਾ ਹਾਲ ਹੈ। ਆਪ ਨਾ ਦੇਹ ਚੁਰੂ ਪਰ ਪਾਣੀ, ਤੇ ਨਿੰਦਹਿ ਜੇ ਗੰਗਾ ਆਣੀ। ਆਪ ਤਾਂ ਕੁਝ ਕਰਨ ਜੋਗੇ ਨਹੀਂ, ਨਾ ਕੁਝ ਕਰ ਸਕਦੇ ਹਨ,
ਤੇ ਨਿੰਦਿਆ ਉਹਨਾਂ ਦੀ ਕਰਦੇ ਹਨ ਜੋ ਦਿਨ ਰਾਤ ਪਰਉਪਕਾਰ ਵਿੱਚ ਸੇਵਾ ਵਿੱਚ ਜੁੜੇ ਹੋਏ ਹਨ। ਰੋਹ ਵਿਚਾਰ। ਸੋ ਮਾਤਾ ਜੀ ਆ ਤਾਂ ਗਏ ਸਤਿਗੁਰੂ ਜੀ ਦੇ ਕੋਲ, ਪਰ ਡਰਦੇ ਹਨ ਵੀ ਪਹਿਲੇ ਸਰਾਪ ਹੋ ਗਿਆ, ਕਿਤੇ ਹੁਣ ਫਿਰ ਨਾ ਕੋਈ ਕਰੜਾ ਸ਼ਬਦ ਸਤਿਗੁਰੂ ਜੀ ਕਹਿ ਦੇਣ। ਫਿਰ ਵੀ ਮਾਤਾ ਜੀ ਨੇ ਹੌਸਲਾ ਕਰਕੇ ਕਿਹਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਮੈਂ ਤੇਰਾ ਪੁੱਤਰ ਹਾਂ, ਤੂੰ ਮੈਨੂੰ ਜ਼ਹਿਰ ਦੇ ਸਕਦੀ ਹੈ? ਮਾਤਾ ਜੀ ਕਹਿੰਦੇ ਨਹੀਂ, ਤੇ ਖਾਲਸਾ ਮੇਰਾ ਪੁੱਤਰ ਹੈ, ਇਹ ਪੂਜਾ ਦਾ ਧਾਨ ਮੈਂ ਖਾਲਸੇ ਨੂੰ ਕਿਵੇਂ ਖਵਾ ਦਿਆਂ? ਇਹ ਸਾਰੇ ਦਾ ਸਾਰਾ ਜੋ ਪਹਿਲਾਂ ਵੀ ਤੇ ਹੁਣ ਵੀ ਅਸੀਂ ਸਤਲੁਜ ਦਰਿਆ ਦੇ ਵਿੱਚ ਰੱਖ ਦਿੱਤਾ ਹੈ ਸ਼ੁੱਧ ਹੋਣ ਦੇ ਵਾਸਤੇ। ਉਹ ਕੱਲ ਕਥਾ ਆਈ ਸੀ, ਜਿਵੇਂ ਜ਼ਹਿਰ ਸੰਖਿਆ ਕੱਚਾ ਖਾ ਲੋ ਮੌਤ ਹੋ ਜਾਏਗੀ, ਜੇ ਉਹਨੂੰ ਮਾਰਿਆ ਜਾਵੇ ਸੋਧਿਆ ਜਾਵੇ ਤੇ ਉਹ ਮੁਰਦੇ ਨੂੰ ਜਿੰਦਾ ਕਰ ਦਿੰਦਾ ਹੈ, ਬੜੇ ਬੜੇ ਰੋਗਾਂ ਨੂੰ ਮਿਟਾ ਦਿੰਦਾ ਹੈ ਤਾਂ ਜ਼ਹਿਰ, ਪਰ ਸੋਧਿਆ ਹੋਇਆ ਜੀਵਨ ਦੇ ਦਿੰਦਾ ਹੈ, ਤੇ ਕੱਚਾ ਜੋ ਹੈ ਸਿੱਧੀ ਮੌਤ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿਣ ਲੱਗੇ, ਇਹ ਜੋ ਸਤਲੁਜ ਵਿੱਚ ਅਸੀਂ ਧਨ ਰੱਖਿਆ ਹੈ ਸਾਰਾ, ਸਮਾਂ ਆਏਗਾ ਸਾਰਾ ਖਾਲਸੇ ਨੂੰ ਅਸੀਂ ਬਖਸ਼ਾਂਗੇ। ਤੇ ਹੁਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਲਸੇ ਨੂੰ ਬਖਸ਼ਿਆ ਸਤਿਗੁਰੂ ਜੀ ਨੇ। ਹੁਣ ਸਰਦਾਰੀਆਂ ਉਹਨਾਂ ਨੇ ਬਖਸ਼ੀਆਂ ਹੋਈਆਂ ਹਨ। ਖਾਲਸੇ ਕੋਲ ਧਨ ਦੀ ਕਮੀ ਨਹੀਂ। ਵਿਦੇਸ਼ਾਂ ਵਿੱਚ ਜਾ ਕੇ ਦੇਖੋ, ਸਿੰਘਾਂ ਦੇ ਕਿੱਡੇ ਕਿੱਡੇ ਹਜ਼ਾਰਾਂ ਏਕੜਾਂ ਦੇ ਫਾਰਮ, ਕਈ ਹਜ਼ਾਰ ਏਕੜ ਦੇ, ਬੜੇ ਬੜੇ ਵੱਡੇ ਕਾਰੋਬਾਰ, ਬੜੀਆਂ ਚੰਗੀਆਂ ਪਦਵੀਆਂ, ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਉਹ ਰਾਜ ਸੁਖ ਭੋਗ ਰਹੇ ਹਨ। ਤੇ ਉਹ ਸਾਰਾ ਸਤਿਗੁਰੂ ਜੀ ਨੇ ਖਾਲਸੇ ਨੂੰ ਹੀ ਬਖਸ਼ਿਆ, ਖਾਲਸੇ ਵਾਸਤੇ ਹੀ ਹੈ ਉਹ। ਸੋ ਰੋਹ ਵਿਚਾਰ। ਹੁਣ ਗੁਰੂ ਜੀ ਦੀ ਲੀਲਾ ਨੂੰ ਕੋਈ ਸਮਝ ਨਹੀਂ ਸਕਦਾ। ਆਪੈ ਸੂਖਮ ਆਪੈ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਫਿਰ ਵੀ ਸਿੰਘਾਂ ਦੇ ਮਨ ਵਿੱਚ ਥੋੜੀ ਜਿਹੀ ਉਦਾਸੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ, ਆਲਮ ਸਿੰਘ ਏਦਾਂ ਕਰੋ ਵੀ ਲਕੀਰਾਂ ਖਿੱਚੋ। ਖਿੱਚੀਆਂ, ਕਿਹਾ ਮਿਟਾ ਦਿਓ, ਮਿਟਾ ਦਿੱਤੀਆਂ। ਕਿਹਾ ਵੀ ਖਿੱਚਣ ਲੱਗਿਆ ਕਿੰਨੀ ਕੋ ਖੁਸ਼ੀ ਹੋਈ? ਕਹਿੰਦੇ ਕੋਈ ਖੁਸ਼ੀ ਨਹੀਂ। ਤੇ ਮਿਟਾਉਣ ਲੱਗਿਆ ਕਿੰਨੀ ਤਕਲੀਫ ਹੋਈ? ਕਹਿੰਦੇ ਕੋਈ ਤਕਲੀਫ ਨਹੀਂ। ਸਤਿਗੁਰੂ ਜੀ ਕਹਿੰਦੇ ਵੀ ਸਾਡੇ ਵਾਸਤੇ ਤਾਂ ਇਸੇ ਤਰ੍ਹਾਂ ਹੀ ਹੈ, ਹਰਖ ਸੋਖ ਖੁਸ਼ੀ ਗਮੀ ਇੱਕ ਸਮਾਨ ਹੀ ਹੈ। ਫਿਰ ਸਤਿਗੁਰੂ ਜੀ ਨੇ ਵੇਖਿਆ ਕਿ ਖਾਲਸਾ ਜਿਹੜਾ ਹੈ ਬੜੀ ਦਲੇਰੀ ਦੇ ਨਾਲ ਜੰਗ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਚੰਗਾ ਖਾਲਸਾ ਜੀ, ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ ਬਾਹਰ, ਤੇ ਪਹਾੜੀਆਂ ਦੇ ਡੇਰੇ ਵੱਲ ਚੱਲਾਂਗੇ, ਉੱਥੇ ਹਮਲਾ ਕਰਨਾ। ਪਰ ਗੁਰੂ ਜੀ ਦਾ ਹੁਕਮ ਸੀ ਵੀ ਕਿਸੇ ਨੇ ਅੱਗੇ ਨਹੀਂ ਵਧਣਾ, ਸਾਥੋਂ ਅੱਗੇ ਨਹੀਂ ਜਾਣਾ ਕਿਸੇ ਨੇ। ਪਰ ਖਾਲਸਾ ਹੁਣ ਕਿੱਥੇ ਰੁਕਣ ਵਾਲਾ ਸੀ? ਉਹ ਅੱਗੇ ਚਲਾ ਗਿਆ। ਸਤਿਗੁਰੂ ਮਹਾਰਾਜ ਤੋਂ ਅੱਗੇ ਪਿੱਛੇ ਮੁੜ ਕੇ ਹੀ ਨਹੀਂ ਵੇਖਿਆ ਗੁਰੂ ਜੀ ਵੱਲ ਵੀ ਉਹਨਾਂ ਦਾ ਕੀ ਹੁਕਮ ਹੈ। ਸਤਿਗੁਰੂ ਜੀ ਨੇ ਵਿਚਾਰਿਆ ਵੀ ਇਹ ਜਿਹੜਾ ਸੂਖਮ ਹੰਕਾਰ ਹੈ, ਇਹ ਖਾਲਸੇ ਵਿੱਚ ਨਹੀਂ ਚਾਹੀਦਾ। ਸਤਿਗੁਰੂ ਜੀ ਨੇ ਘੋੜਾ ਆਪਣਾ ਵਾਪਸ ਮੋੜ ਲਿਆ। ਬਸ ਘੋੜਾ ਵਾਪਸ ਮੋੜਨ ਦੀ ਦੇਰ ਸੀ ਕਿ ਪਹਾੜੀਆਂ ਦਾ ਜ਼ੋਰ ਪੈ ਗਿਆ। ਖਾਲਸੇ ਦਾ ਜੋ ਡੇਰਾ ਸੀ ਉਹ ਲੁੱਟਿਆ ਗਿਆ। ਆ ਕੇ ਸਤਿਗੁਰੂ ਜੀ ਕੋਲ ਪੁਕਾਰ ਕੀਤੀ, ਮਹਾਰਾਜ ਇਹ ਆਪ ਜੀ ਦਾ ਕੀ ਕੌਤਕ ਹੈ? ਅਸੀਂ ਹੁਣ ਬੜੇ ਸ਼ਰਮਿੰਦੇ ਹੋ ਰਹੇ ਹਾਂ। ਅੱਗੇ ਹੁਣ ਸਤਿਗੁਰੂ ਮਹਾਰਾਜ ਜੀ ਉਪਦੇਸ਼ ਵੀ ਬਖਸ਼ਿਸ਼ ਕਰਦੇ ਹਨ। ਅਗਲੀ ਵਿਚਾਰ ਸਰਵਨ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ। ਸਾਵਧਾਨ,
ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਹਰ ਕੇ ਭੋਗ ਕਾ ਦੇਹੁਰਾ, ਖਿਨ ਆਵੈ ਖਿਨ ਜਾਏ। ਸਤਿਗੁਰੂ ਜੀ ਖਾਲਸੇ ਨੂੰ ਸਮਝਾਉਂਦੇ ਹਨ ਵੀ ਕੋਈ ਗੱਲ ਨਹੀਂ, ਜੇ ਹੁਣ ਤੁਹਾਡੇ ਅੰਦਰ ਥੋੜੀ ਹਉਮੈ ਆ ਗਈ ਸੀ ਵੀ ਅਸੀਂ ਇਕੱਲੇ ਹੀ ਬੜੇ ਬਹਾਦਰ ਹਾਂ, ਸਾਡੇ ਵਿੱਚ ਬੜੀ ਤਾਕਤ ਹੈ, ਤੇ ਤੁਸੀਂ ਇਹ ਭੁੱਲ ਗਏ ਵੀ ਸਾਰੀ ਤਾਕਤ ਤਾਂ ਗੁਰੂ ਦੀ ਬਖਸ਼ੀ ਹੋਈ ਹੈ ਤੁਹਾਨੂੰ, ਤੇ ਹੁਣ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ, ਸਮਝ ਆ ਗਈ। ਸਤਿਗੁਰੂ ਜੀ ਸਮਝਾਉਂਦੇ ਹਨ ਕੋਈ ਗੱਲ ਨਹੀਂ, ਇਹ ਸਰੀਰ ਜਿਹੜਾ ਹੈ, ਦੇਹੁਰਾ ਜਿਹੜਾ ਸਰੀਰ ਹੈ, ਕਦੀ ਇਹਦੇ 'ਚ ਖੁਸ਼ੀ ਆ ਜਾਂਦੀ ਹੈ, ਕਦੀ ਗਮੀ ਆ ਜਾਂਦੀ ਹੈ, ਇਹ ਤਾਂ ਚੱਲੀ ਜਾਂਦਾ ਹੈ। ਸੋ ਗੁਰਬਾਣੀ ਦਾ ਵੀ ਫਰਮਾਨ ਹੈ, ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਕਦੇ ਖੁਸ਼ੀ ਤੇ ਕਦੇ ਗਮੀ, ਇਹ ਚੱਲਦਾ ਹੀ ਰਹਿੰਦਾ ਹੈ। ਇੱਕ ਖਿੰਨ ਦੇ ਵਿੱਚ ਬੰਦਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ, ਖਿੰਨ ਦੇ ਵਿੱਚ ਫਿਰ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਜਾਂਦਾ। ਕਬਹੂ ਜਿਹੜਾ ਉਹ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੇਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਉਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੋ ਜਾਗੇ ਸੋ ਸੁਖੀ ਹੋਏ, ਸੋਏ ਸੋ ਦੁੱਖ ਪਾਏ। ਸੋ ਜਿਹੜੇ ਪ੍ਰਤੱਖ ਅੰਮ੍ਰਿਤ ਵੇਲੇ ਜਾਗਦੇ ਹਨ, ਉਹ ਸਦਾ ਹੀ ਸੁਖੀ ਰਹਿੰਦੇ ਹਨ। ਹੁਣ ਅੱਜ ਤਾਂ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ, ਤੇ ਸਤਿਗੁਰੂ ਜੀ ਨੇ ਤਾਂ ਬਹੁਤ ਸਮਾਂ ਪਹਿਲੇ ਹੀ ਕਰ ਦਿੱਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪੈ ਅਰੋਗਾ। ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੇ ਸਿਮਰਨ ਕਰੇਗਾ, ਤੇਰਾ ਮਨ ਵੀ ਅਰੋਗ ਹੋਏਗਾ ਤੇ ਸਰੀਰ ਵੀ ਅਰੋਗ ਹੋਏਗਾ। ਸਤਿਗੁਰੂ ਜੀ ਨੇ ਤਾਂ ਪਹਿਲੇ ਹੀ ਇਹ ਬਖਸ਼ਿਸ਼ ਕਰ ਦਿੱਤੀ ਹੈ। ਦੂਸਰਾ ਹੈ ਜਿਹੜਾ ਗਿਆਨ ਜਾਗਰਤ ਵਿੱਚ ਜਾਗਦਾ ਹੈ, ਆਪਣੇ ਸਰੂਪ ਦੀ ਵਿਚਾਰ ਕਰਦਾ ਹੈ, ਆਤਮ ਚਿੰਤਨ ਕਰਦਾ ਹੈ, ਉਹ ਸੁਖੀ ਰਹਿੰਦਾ ਹੈ, ਕਿਉਂਕਿ ਵਿਚਾਰ ਦੇ ਵਿੱਚ ਬੜਾ ਸੁਖ ਹੈ, ਤੇ ਬਿਨਾਂ ਵਿਚਾਰਿਆ ਬੰਦਾ ਦੁਖੀ ਹੁੰਦਾ ਹੈ। ਸੋ ਸੋਏ ਸੋ ਦੁੱਖ ਪਾਏ। ਜਿਹੜਾ ਅਵਿਦਿਆ ਦੀ, ਅਗਿਆਨ ਦੀ, ਬੇਸਮਝੀ ਦੀ ਨੀਂਦ ਵਿੱਚ ਸੌਂ ਗਿਆ, ਉਹ ਦੁਖੀ ਹੋਏਗਾ। ਨਾਮ ਧਿਆਵੋ ਸ਼ਬਦ ਕੋ, ਅਰਥ ਵਿਚਾਰੋ ਨਿਤ। ਇਸ ਕਰਕੇ ਭਾਈ ਵਾਹਿਗੁਰੂ ਨਾਮ ਨੂੰ ਆਪਦੇ ਧਿਆਨ ਦੇ ਵਿੱਚ ਵਸਾਓ, ਧਿਆਨ ਦੇ ਨਾਲ ਨਾਮ ਜਪੋ। ਧਿਆਵੋ ਦਾ ਅਰਥ ਹੈ ਧਿਆਨ ਦੇ ਨਾਲ, ਧਿਆਨ ਨੂੰ ਇਕਾਗਰ ਕਰੋ। ਹੁਣ ਧਿਆਨ ਇਕਾਗਰ ਕਿਵੇਂ ਹੋਵੇ? ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਫਰਮਾਇਆ ਹੈ, ਹਉ ਵਾਰੀ ਘੁੰਮਾ ਜਾਮਦਾ, ਇੱਕ ਸਾਹਾ ਤੁਧ ਤੇ ਆਇਂਦਾ। ਇੱਥੇ ਇੱਕ ਸਾਹਾ ਦਾ ਅਰਥ ਇੱਕ ਰਸ ਲਗਾਤਾਰ ਹੈ। ਇੱਕ ਰਸ ਲਗਾਤਾਰ, ਇੱਕ ਸਾਹ ਵਿੱਚ ਭਾਵੇਂ ਤੁਸੀਂ ਇੱਕ ਵਾਰੀ ਵਾਹਿਗੁਰੂ ਕਹੋ, ਭਾਵੇਂ 2 ਵਾਰੀ, ਭਾਵੇਂ 3 ਵਾਰੀ, ਤੇ ਫਿਰ ਜਜਮੈਂਟ ਕਰਨੀ। ਜਜਮੈਂਟ ਹੁਣ ਤੁਹਾਡੀ ਆਤਮਾ ਨੇ ਕਰਨੀ, ਉਹੀ ਤਾਂ ਆਤਮਾ ਹੈ ਜੋ ਜਜਮੈਂਟ ਕਰਦਾ ਹੈ। ਮਨ ਤਾਂ ਸਿਮਰਨ ਵਿੱਚ ਲੱਗੇਗਾ। ਜੇ ਮਨ ਕਰਕੇ ਸਿਮਰਨ ਕਰਾਂਗੇ ਤੇ ਮਨ ਜੁੜੇਗਾ, ਤੇ ਆਤਮਾ ਸਾਡਾ ਦੱਸੇਗਾ ਵੀ ਤੇਰਾ ਮਨ ਟਿਕਿਆ ਜਾਂ ਨਹੀਂ ਟਿਕਿਆ। ਆਪਾਂ ਕਹਿ ਦਿੰਦੇ ਮੇਰਾ ਮਨ ਤਾਂ ਟਿਕਦਾ ਨਹੀਂ, ਮਨ ਨੂੰ ਸ਼ਾਂਤੀ ਨਹੀਂ ਮੇਰੇ। ਅੱਗੇ ਫਿਰ ਬੁੱਧੀ ਦੇ ਬਾਰੇ ਵੀ ਕਹਿ ਦਿੰਦੇ ਹਾਂ ਵੀ ਮੇਰੀ ਬੁੱਧੀ ਤਾਂ ਕੰਮ ਨਹੀਂ ਕਰਦੀ, ਮੇਰੀ ਬੁੱਧੀ ਵਿੱਚ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਤੀਜਾ ਚੇਤਾ ਹੈ, ਕਿ ਮੈਨੂੰ ਤਾਂ ਚੇਤਾ ਨਹੀਂ ਰਿਹਾ।
ਚੌਥਾ ਮੈਂ ਪੁਣਾ ਹੈ, ਆਪਣਤ ਹੈ, ਹੰਕਾਰ ਹੈ। ਸੋ ਇਸ ਤਰ੍ਹਾਂ ਇਹਨਾਂ ਨੂੰ ਪ੍ਰਕਾਸ਼ਨ ਵਾਲਾ, ਦੱਸਣ ਵਾਲਾ, ਜਿਹੜਾ ਕਹਿੰਦਾ ਮੇਰੀ ਬੁੱਧੀ ਜਾਂ ਮੇਰਾ ਮਨ ਜਾਂ ਮੇਰਾ ਚੇਤਾ, ਉਹੀ ਆਤਮਾ ਹੈ, ਹੋਰ ਕੋਈ ਆਤਮਾ ਨਹੀਂ। ਇਹਨਾਂ ਨੂੰ ਦੱਸਣ ਵਾਲਾ ਤੇ ਜਜਮੈਂਟ ਵੀ ਉਹੀ ਦਿੰਦਾ ਹੈ ਵੀ ਤੇਰਾ ਮਨ ਟਿਕਿਆ ਜਾਂ ਨਹੀਂ ਟਿਕਿਆ। ਜਿਸ ਤਰ੍ਹਾਂ ਫਿਰ ਨਾਮ ਨੂੰ ਧਿਆਓ, ਧਿਆਨ ਦੇ ਵਿੱਚ ਵਸਾਓ, ਸੁਰਤ ਜੋੜ ਕਰਕੇ ਨਾਮ ਜਪੋ। ਤੇ ਨਾਮ ਜਪ ਕੇ ਫੇਰ ਕੀ ਕਰੀਏ? ਸ਼ਬਦ ਕੋ ਅਰਥ ਵਿਚਾਰੋ ਨਿਤ। ਨਿਤਨੇਮ ਕਰੋ, ਗੁਰਬਾਣੀ ਪੜ੍ਹੋ, ਪਰ ਅਰਥਾਂ ਦੇ ਵਿਚਾਰ ਨਾਲ ਜ਼ਰੂਰ ਕਰੋ। ਹੁਣ ਸਾਡਾ ਤਾਂ ਬਹੁਤਿਆਂ ਦਾ ਸੁਭਾਅ ਹੈ, ਸਾਰਿਆਂ ਦਾ ਤਾਂ ਨਹੀਂ ਕਹਿ ਸਕਦੇ, ਬਹੁਤਿਆਂ ਦਾ ਸਾਡਾ ਵੀ ਨਿਤਨੇਮ ਤਾਂ ਆਪਾਂ ਇਉਂ ਕਰਦੇ ਹਾਂ ਜਿਵੇਂ ਕੋਈ ਗੱਲ ਵਿੱਚ ਫਾਹਾ ਪਿਆ ਹੋਵੇ, ਫਟਾਫਟ ਵੀ ਨਿਬੇੜ ਦਿਓ, ਹੁਣੇ ਤਾਂ ਕਰਨਾ ਹੀ ਪੈਣਾ ਹੈ। ਜੇ ਇੱਕ ਦਿਨ ਛੁੱਟ ਗਿਆ ਦੂਜੇ ਦਿਨ ਫਿਰ ਹੋਰ ਢਿੱਲੇ ਪੈ ਜਾਂਦੇ, ਤੀਜੇ ਦਿਨ ਵੀ ਛੱਡ ਕੇ ਬਹਿ ਜਾਂਦੇ ਹਨ। ਇਸ ਤਰ੍ਹਾਂ ਵੀ ਛੱਡ ਹੀ ਦਿੰਦੇ ਹਨ। ਇਹੋ ਜਿਹੇ ਜਿਹੜੇ ਆਲਸੀ ਲੋਕ ਹਨ ਉਹੀ ਕਹਿੰਦੇ ਵੀ 5 ਬਾਣੀਆਂ ਨੇ, 3 ਹੀ ਪੜ੍ਹਨੀਆਂ ਚਾਹੀਦੀਆਂ ਹਨ। ਤੇ 3 ਤੋਂ ਫਿਰ 1 ਤੇ ਆ ਜਾਣ, 1 ਤੋਂ ਕਹਿਣਗੇ 5 ਪੌੜੀਆਂ ਬਹੁਤ, ਤੇ 5 ਪੌੜੀਆਂ ਤੋਂ ਕਹਿਣਗੇ ਵੀ ਮੂਲ ਮੰਤਰ ਹੀ ਕਰ ਲਓ, ਤੇ ਮੂਲ ਮੰਤਰ ਤੋਂ ਕਹਿਣਗੇ ਇਹਦੀ ਵੀ ਕੀ ਲੋੜ ਹੈ, ਇੱਕ ਵਾਰੀ ਵਾਹਿਗੁਰੂ ਕਹਿ ਲਓ। ਫਿਰ ਵਾਹਿਗੁਰੂ ਵੀ ਭੁੱਲ ਜਾਏਗਾ, ਬਸ ਗਿਆ ਕੰਮ, ਫਿਰ ਸਰ ਗਿਆ। ਅੰਜਨ ਪਾਜਿਆ, 16 ਸ਼ਿੰਗਾਰ ਵੀ ਉਹਨੇ ਲਾ ਲਏ। ਉਹ ਸਾਰਾ ਸ਼ਿੰਗਾਰ, ਸਾਰੀ ਤਿਆਰੀ ਜੋ ਸੀ ਉਹਦੀ, ਉਹ ਸੀ ਵੀ ਮੇਰਾ ਪਤੀ ਪ੍ਰਸੰਨ ਹੋਵੇ। ਇਉਂ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਖਸਮ ਨ ਪਾਈ ਕਹਾ ਫਲ, ਸੋ ਸਰਮਿੰਦੀ ਨਾਰ। ਸੋ ਜੇ ਉਹਦਾ ਸ਼ਿੰਗਾਰ ਉਹਦੇ ਮਾਲਕ ਨੂੰ ਚੰਗਾ ਨਹੀਂ ਲੱਗਿਆ ਤੇ ਉਹਨੂੰ ਫਿਰ ਸ਼ਰਮਿੰਦਿਆ ਹੀ ਹੋਣਾ ਪਵੇਗਾ।